ਹੱਥ ਖੜਾ ਕੀਤਾ। ਭੋਪਾਲ ਦੀ ਰਹਿਣ ਵਾਲੀ ਉਸ ਲੜਕੀ ਦਾ ਨਾਮ ਸੁਰੁਚੀ ਕੌਰ ਸਲੂਚਾ ਹੈ। ਕਹਿੰਦੀ ਵੀਰ ਜੀ ਜੇ ਇਤਰਾਜ਼ ਨਾ ਹੋਵੇ ਤੇ ਇਸ ਗੱਲ ਦਾ ਜਵਾਬ ਮੈਂ ਦੇਵਾਂ। ਮੈਂ ਕਿਹਾ ਦੇ ਸਕਦੀ ਹੈ। ਕਹਿੰਦੀ ਵੀਰ ਜੀ ਜਦੋਂ ਪਿਛਲੀ ਸਾਲ ਮੈਂ ਵੀ ਆਪਣੀ ਕਲਾਸ ਦੇ ਵਿੱਚ ਗਈ ਤਾਂ ਮੇਰੀ ਵੀ ਮੈਡਮ ਕਹਿੰਦੀ ਹੈ ਕਿ ਜਿਹੜਾ ਤੁਸੀਂ ਕਸ਼ਹਿਰਾ ਪਾਉਂਦੇ ਹੋ ਨਾ ਇਹ ਤੁਹਾਨੂੰ ਹਨੂਮਾਨ ਨੇ ਦਿੱਤਾ ਹੈ। ਤੇ ਕਹਿੰਦੀ ਮੈਂ ਕਿਹਾ ਮੈਡਮ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਡਾ ਹਨੂਮਾਨ ਬਾਂਦਰ ਹੋ ਕੇ ਕਸ਼ਹਿਰਾ ਪਾਉਣ ਨੂੰ ਤਿਆਰ ਹੈ ਤਾਂ ਤੁਹਾਨੂੰ ਕਸ਼ਹਿਰਾ ਪਾਉਂਦਿਆਂ ਕੀ ਤੰਗੀ ਹੈ। ਤੇ ਦੂਸਰੀ ਗੱਲ ਕਹਿੰਦੀ ਜੇਕਰ ਸਾਡਾ ਕਸ਼ਹਿਰਾ ਹਨੂਮਾਨ ਵਾਲਾ ਹੁੰਦਾ ਤਾਂ ਤੁਹਾਨੂੰ ਵੀ ਪਤਾ ਹੈ ਕਿ ਹਨੂਮਾਨ ਬਾਂਦਰ ਸੀ, ਉਹਦੇ ਪਿੱਛੇ ਪੂਛ ਕੱਢਣ ਨੂੰ ਛੇਕ ਜ਼ਰੂਰ ਹੋਣਾ ਸੀ, ਕਿਉਂਕਿ ਜੇਕਰ ਬਾਂਦਰ ਨੇ ਕਸ਼ਹਿਰਾ ਪਾਉਣਾ ਤਾਂ ਉਹਦੇ ਪਿੱਛੇ ਛੇਕ ਜ਼ਰੂਰ ਕੱਢਣਾ ਪੈਣਾ। ਕਹਿੰਦੀ ਉਸ ਤੋਂ ਬਾਅਦ ਮੇਰੀ ਮੈਡਮ ਨੇ ਦੁਬਾਰਾ ਮੈਨੂੰ ਕਦੀ ਇਹ ਗੱਲ ਨਹੀਂ ਕਹੀ। ਸੋ ਗੁਰੂ ਸਾਹਿਬ ਇਸ ਤਰ੍ਹਾਂ ਅੰਮ੍ਰਿਤ ਸੰਸਕਾਰ ਦੇ ਬਾਰੇ ਇਹਨਾਂ ਵੱਲੋਂ ਐਵੇਂ ਦੀਆਂ ਗੱਲਾਂ ਲਿਖੀਆਂ ਗਈਆਂ। ਆਹ ਜਿਹੜੀ ਤੁਸੀਂ ਕਿਤਾਬ ਵੇਖ ਰਹੇ ਹੋ ਇਸ ਕਿਤਾਬ ਦਾ ਨਾਮ ਸੰਗਤ ਸੰਦੇਸ਼ ਹੈ। ਇਸ ਦੇ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕੁਝ ਬ੍ਰਾਹਮਣਾਂ ਨੂੰ ਸੱਦ ਕੇ, ਜਿਨ੍ਹਾਂ ਦਾ ਨਾਂ ਹਰ ਭਗਵਾਨ, ਲੱਛੀ ਰਾਮ ਔਰ ਹਰਦਾਸ, ਇਹਨਾਂ ਤਿੰਨ ਬ੍ਰਾਹਮਣਾਂ ਦੇ ਪੈਰ ਧੋ ਕੇ ਚਰਨਾਮਤ ਪੀਤਾ। ਉਸ ਤੋਂ ਬਾਅਦ ਦੇਵੀ ਪ੍ਰਗਟ ਹੋਈ ਔਰ ਉਸ ਦੇਵੀ ਦੇ ਅੱਗੇ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਿ हे ਦੇਵੀ ਮੈਦਾਨੇ ਜੰਗ ਦੇ ਵਿੱਚ ਸਾਡੇ ਕੋਲ ਛੇਵ ਨਹੀਂ ਕਰਾਈ ਜਾਣੀ, ਤਿਲਕ ਜੰਜੂ ਧੋਤੀ ਕਿਰਿਆ ਇਹ ਰਹਿਤ ਹੈ ਔਖੀ, ਯੁੱਧ ਵਿੱਚ ਇਹ ਨਾ ਚੱਲਸੀ ਚਾਲ ਕਰੀਏ ਸੌਖੀ। ਇਹ ਗੱਲ ਲਿਖੀ ਹੋਈ ਹੈ ਕਿ ਗੁਰੂ ਪਾਤਸ਼ਾਹ ਨੇ ਕਿਹਾ ਹੈ ਚੰਡੀ ਦੇਵੀ ਸਾਨੂੰ ਕੇਸ ਰੱਖਣ ਦੀ ਇਜਾਜ਼ਤ ਦੇ ਦੇ, ਕਿਉਂਕਿ ਮੈਦਾਨੇ ਜੰਗ 'ਚ ਛੇਵ ਕਰਾਉਣ ਦਾ ਟਾਈਮ ਨਹੀਂ ਹੋਣਾ ਸਾਡੇ ਕੋਲ। ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਵਿਗਾੜ ਕੇ ਸਾਡੇ ਇਤਿਹਾਸ ਦੀਆਂ ਸਾਡੇ ਬੱਚਿਆਂ ਦੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਦੀ ਸਪਤਨੀ ਨੇ ਕਿਹਾ, ਕਹਿੰਦੀ ਪਾਤਸ਼ਾਹ ਤੁਸੀਂ ਹੁਣੇ ਹੀ ਜੋਤੀ ਜੋਤ ਸਮਾ ਚੱਲੇ ਹੋ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ? ਕਹਿੰਦੀ ਤੁਹਾਨੂੰ ਪਤਾ ਨਹੀਂ ਪਰਸੋਂ ਨੂੰ ਤੁਹਾਡੇ ਪਿਤਾ ਦੇ ਸ਼ਰਾਧ ਨੇ, ਸ਼ਰਾਧ ਕਰਕੇ ਫਿਰ ਜੋਤੀ ਜੋਤ ਸਮਾ ਜਿਓ। ਸੋ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੇ ਸ਼ਰਾਧ ਕਰਨ ਦੇ ਵਾਸਤੇ ਆਪਣਾ ਜੋਤੀ ਜੋਤ ਸਮਾਉਣ ਦਾ ਜਿਹੜਾ ਸਮਾਂ ਸੀ ਉਹ ਥੋੜੇ ਦਿਨ ਅੱਗੇ ਕੀਤਾ। ਇਹ ਗੱਲ ਇਹਨਾਂ ਨੇ ਨਹੀਂ ਲਿਖੀ, ਇਹ ਗੁਰੂ ਸਾਹਿਬ ਅਸੀਂ ਆਪਣੇ ਸਰੋਤਾਂ ਦਾ ਅਧਿਐਨ ਨਹੀਂ ਕਰ ਸਕੇ। ਆਪ ਨੂੰ ਯਾਦ ਹੋਵੇਗਾ ਕਿ ਇੱਕ ਅੰਗਰੇਜ਼ ਵਿਦਵਾਨ ਜਿਹੜਾ ਜਰਮਨ ਦਾ ਲੈਂਗੁਏਜ ਦਾ ਬੜਾ ਐਕਸਪਰਟ ਸੀ, ਭਾਸ਼ਾ ਵਿਗਿਆਨੀ ਸੀ, ਮਿਸਟਰ ਐਰਨੈਸਟ ਟਰੰਪ, 1872 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਇਆ ਜਦੋਂ ਅੰਗਰੇਜ਼ਾਂ ਦਾ ਰਾਜ ਸੀ। ਉਸ ਨੇ ਸਿੱਖਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਨੁਵਾਦ ਕਰਨ ਦੀ ਇਜਾਜ਼ਤ ਮੰਗੀ ਕਿ ਮੈਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨਾ ਚਾਹੁੰਦਾ। ਸਿੱਖਾਂ ਨੇ ਇਜਾਜ਼ਤ ਦੇ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਉਸ ਅੰਗਰੇਜ਼ ਦੇ ਸਾਹਮਣੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ ਤਾਂ ਉਹਨੇ ਥੋੜਾ ਜਿਹਾ ਪੜਨ ਤੋਂ ਬਾਅਦ ਆਪਣੀ ਜੇਬ ਦੇ ਵਿੱਚੋਂ ਸਿਗਾਰ ਕੱਢੀ ਔਰ ਉਸ ਨੂੰ ਪੀਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਦੇ ਸਿੱਖ ਸੂਝਵਾਨ ਸਨ, ਸਾਡੇ ਵਰਗੇ ਨਹੀਂ। ਉਹਨਾਂ ਨੇ ਉਸੇ ਵੇਲੇ ਉਸ ਨੂੰ ਦਰਬਾਰ ਸਾਹਿਬ ਚੋਂ ਕੱਢ ਦਿੱਤਾ ਔਰ ਗੁਰੂ ਮਹਾਰਾਜ ਦਾ ਸਰੂਪ ਸੁਖ ਆਸਣ ਕਰਕੇ ਰੱਖ ਲਿਆ। ਤੇ ਜਿਹਨੂੰ ਅੱਜ ਅਸੀਂ ਸ਼ੇਰੇ ਪੰਜਾਬ ਕਹਿੰਦੇ, ਲਾਲੇ ਲਾਜਪਤ ਰਾਏ, ਇਹਨਾਂ ਨੇ ਓਰੀਐਂਟਲ ਸੁਸਾਇਟੀ ਆਫ ਪੰਜਾਬ ਤੇ ਅੰਜੁਮਨ ਪੰਜਾਬ, ਦੋ ਸੁਸਾਇਟੀਆਂ ਬਣਾ ਕੇ ਉਸ ਅੰਗਰੇਜ਼ ਨੂੰ ਅਨੁਵਾਦ ਕਰਨ ਦੇ ਵਾਸਤੇ ਸਰੂਪ ਦਿੱਤੇ। ਔਰ ਉਹਨੇ ਇਹ ਗੱਲਾਂ ਜਿਹੜੀਆਂ ਮੈਂ ਗੁਰੂ ਨਾਨਕ ਸਾਹਿਬ ਦੇ ਪਿਤਾ ਦੇ ਸ਼ਰਾਧਾਂ ਦੀ ਗੱਲ ਕੀਤੀ ਹੈ, ਦਾ ਆਦਿ ਗ੍ਰੰਥ ਦਾ ਹੋਲੀ ਸਕ੍ਰਿਪਚਰ ਆਫ ਸਿੱਖਸ, ਇਹਨਾਂ ਕਿਤਾਬਾਂ ਦੇ ਵਿੱਚ ਉਸਨੇ ਸਿੱਖ ਇਤਿਹਾਸ ਦੇ ਬਾਰੇ ਬੜੇ ਤਰੋੜ ਮਰੋੜ ਕੇ ਤੱਥ ਪੇਸ਼ ਕੀਤੇ ਔਰ ਸਿੱਖ ਕੌਮ ਅਜੇ ਤੱਕ ਵੀ ਉਸ ਦੇ ਹਵਾਲੇ ਦਿੰਦੀ ਹੈ, ਕਿਉਂਕਿ ਅਸੀਂ ਉਸ ਵਿਚਾਰਧਾਰਾ ਨੂੰ ਸਮਝ ਨਹੀਂ ਸਕੇ। ਇਸੇ ਤਰ੍ਹਾਂ RSS ਦਾ ਲੋਗੋ ਵੀ ਤੁਸੀਂ ਉੱਪਰ ਵੇਖ ਰਹੇ ਹੋ। ਇਸ ਕਿਤਾਬ ਦੇ ਵਿੱਚ ਭਾਈ ਕਨਈਆ ਜੀ ਨੂੰ ਇੱਕ ਸਿੱਖ ਨਹੀਂ ਬਲਕਿ ਇੱਕ ਹਿੰਦੂ ਦਰਸਾਇਆ ਗਿਆ ਹੈ। ਔਰ ਨਾਲ ਹੀ ਇੱਕ ਹੋਰ ਕਿਤਾਬ ਪ੍ਰਕਾਸ਼ਿਤ ਕੀਤੀ ਗਈ, ਹਕੀਕਤ ਰਾਏ। ਗੁਰੂ ਸਾਹਿਬ ਇਹ ਕੌਮ ਦਾ ਉਹ ਅਣਮੁੱਲਾ ਹੀਰਾ ਹੈ ਜਿਸ ਦੇ ਬਾਰੇ ਅਸੀਂ ਆਪਣੇ ਇਤਿਹਾਸ ਦੇ ਵਿੱਚ ਕੁਝ ਲਿਖ ਨਾ ਸਕੇ। ਜਦੋਂ 18ਵੀਂ ਸਦੀ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਇੱਕ ਪਾਸੇ ਤਾਂ ਚਖੜੀਆਂ ਤੇ ਚੜ੍ਹਦੀ ਹੈ, ਬੰਦ ਕਟਾਏ ਜਾਂਦੇ ਨੇ, ਨੇਜਿਆਂ ਤੇ ਸਿਰ ਟੰਗੇ ਜਾਂਦੇ ਨੇ। ਸਾਡੀਆਂ ਮਾਵਾਂ ਭੈਣਾਂ ਆਪਣੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਆਪਣੀ ਝੋਲੀ 'ਚ ਪਵਾਉਂਦੀਆਂ ਨੇ, ਸਵਾ ਮਣ ਦੇ ਪੀਸਣ ਪੀਸਦੀਆਂ ਨੇ।
ਪਰ ਇਸ 100 ਸਾਲ ਦੇ ਸਮੇਂ ਦੇ ਵਿੱਚ ਇੱਕ ਵੀ ਹਿੰਦੂ ਐਸਾ ਨਜ਼ਰ ਨਹੀਂ ਆਉਂਦਾ ਜਿਸ ਨੇ ਦੇਸ਼ ਦੇ ਵਾਸਤੇ ਕੁਰਬਾਨੀ ਦਿੱਤੀ ਹੋਵੇ। ਪਰ ਅਸੀਂ ਇਸ ਨੌਜਵਾਨ ਦੀ ਸੰਭਾਲ ਨਹੀਂ ਕਰ ਸਕੇ, ਇਸ ਦੇ ਬਾਰੇ ਲਿਖ ਨਾ ਸਕੇ। ਸਾਡੇ ਇਤਿਹਾਸਕਾਰਾਂ ਦੀ ਅਣਗਹਿਲੀ ਰਹੀ ਔਰ ਹਿੰਦੂਆਂ ਨੇ ਇਸ ਨੂੰ 18ਵੀਂ ਸਦੀ ਦਾ ਮਹਾਨ ਸ਼ਹੀਦ ਸਥਾਪਿਤ ਕਰਨ ਦੇ ਵਾਸਤੇ 13-14 ਕਿਤਾਬਾਂ ਲਿਖ ਦਿੱਤੀਆਂ। ਇਹ ਉਹ ਨੌਜਵਾਨ ਹੈ, ਜੇਕਰ ਮੈਂ ਇਸ ਦਾ ਇਤਿਹਾਸ ਦੱਸਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਸ ਪਰਿਵਾਰ ਦੇ ਵਿੱਚੋਂ ਹੈ। ਗੁਰੂ ਹਰਿਰਾਏ ਸਾਹਿਬ ਜਿਸ ਵੇਲੇ ਆਪਣੇ ਚੌਰ ਬਰਦਾਰ ਸਿੱਖ ਭਾਈ ਕੀਰਤੀਆ ਦੇ ਪਿੰਡ ਗਲੋਟੀਆਂ ਖੁਰਦ ਗਏ, ਸਿਆਲਕੋਟ ਦੇ ਨੇੜੇ, ਹੁਣ ਪਾਕਿਸਤਾਨ ਦੇ ਵਿੱਚ, ਉੱਥੋਂ ਦੇ ਇੱਕ ਪੁਰੀ ਖੱਤਰੀ ਨੰਦ ਰਾਮ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਗੁਰਸਿੱਖ ਬਣਨਾ ਚਾਹੁੰਦਾ। ਤੇ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਕਿ ਨੰਦ ਰਾਮ ਜੀ, ਗੁਰਸਿੱਖੀ ਦੀ ਦਾਤ ਤਾਂ ਲੈ ਸਕਦੇ ਹੋ, ਪਰ ਤੁਹਾਨੂੰ 3 ਚੀਜ਼ਾਂ ਤੇ ਅਮਲ ਕਰਨਾ ਪਵੇਗਾ। ਇੱਕ ਤਾਂ ਕੇਸ ਕਤਲ ਨਹੀਂ ਕਰਨੇ, ਇੱਕ ਟੋਪੀ ਨਹੀਂ ਪਹਿਨਣੀ, ਇੱਕ ਤਮਾਕੂ ਦੀ ਵਰਤੋਂ ਨਹੀਂ ਕਰਨੀ। ਇਸ ਹਿੰਦੂ ਵੀਰ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸਿੱਖ ਧਰਮ ਦੀ ਦਾਤ ਲਈ ਹੈ। ਇਸ ਦੇ ਘਰ 2 ਬੱਚਿਆਂ ਨੇ ਜਨਮ ਲਿਆ ਹੈ, ਭਾਈ ਬਾਗਮਲ ਔਰ ਭਾਈ ਭਾਗਮਲ। ਇੱਕ ਲੜਕੀ ਨੇ ਜਨਮ ਲਿਆ ਜਿਸ ਦਾ ਨਾਮ ਭਾਗ ਭਰੀ ਰੱਖਿਆ ਗਿਆ ਹੈ। ਦੂਸਰੇ ਪਾਸੇ ਅਸੀਂ ਜਾਣਦੇ ਹਾਂ ਭੰਗਾਣੀ ਦੇ ਮੈਦਾਨ ਦੇ ਵਿੱਚ ਭਾਈ ਕਨਈਆ ਜੀ ਨੇ ਉੱਥੇ ਜਲ ਦੀ ਸੇਵਾ ਕੀਤੀ ਔਰ ਗੁਰੂ ਸਾਹਿਬ ਨੇ ਆਪਣਾ ਦਸਤੀ ਰੁਮਾਲ ਦੇ ਕੇ ਭਾਈ ਸਾਹਿਬ ਨੂੰ ਨਵਾਜ਼ ਕੇ ਪਿੰਡ ਕਵੇ ਭੇਜ ਦਿੱਤਾ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਭਾਈ ਸਾਹਿਬ ਦੇ ਘਰ ਇੱਕ ਸੁਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਲੱਛੀ ਰਾਮ ਸਿੰਘ ਰੱਖਿਆ ਗਿਆ। ਲੱਛੀ ਰਾਮ ਸਿੰਘ ਦੇ ਘਰ 2 ਪੁੱਤਰੀਆਂ ਔਰ ਇੱਕ ਪੁੱਤਰ ਨੇ ਜਨਮ ਲਿਆ, ਬੀਬੀ ਕੌਰਾਂ, ਬੀਬੀ ਗੌਰਾ ਔਰ ਭਾਈ ਅਰਜਨ ਸਿੰਘ। ਇਹਨਾਂ ਦੋਵਾਂ ਭੈਣਾਂ ਦੇ ਵਿਆਹ ਜਿਹੜੇ ਨੇ ਉਹ ਨੰਦ ਰਾਮ ਦੇ ਸੁਪੁੱਤਰਾਂ ਬਾਗਮਲ ਔਰ ਭਾਗਮਲ ਦੇ ਨਾਲ ਹੋਏ ਔਰ ਬਾਗਮਲ ਦੇ ਘਰ ਬੀਬੀ ਕੌਰਾਂ ਦੀ ਕੁੱਖੋਂ ਇਸ ਨੌਜਵਾਨ ਨੇ ਜਨਮ ਲਿਆ ਜਿਸ ਦਾ ਨਾਮ ਹਕੀਕਤ ਸਿੰਘ ਰੱਖਿਆ ਗਿਆ। 18 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਬਟਾਲੇ ਦੇ ਵਾਸੀ ਸਰਦਾਰ ਕਿਸ਼ਨ ਸਿੰਘ ਉੱਪਲ ਦੀ ਬੇਟੀ ਬੀਬੀ ਦੁਰਗਾ ਦੇ ਨਾਲ ਹੋਇਆ। ਸਰਦਾਰ ਕਿਸ਼ਨ ਸਿੰਘ ਉੱਪਲ ਨੇ ਸਰਦਾਰ ਬੁੱਧ ਸਿੰਘ ਬਟਾਲਵੀ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਔਰ ਸਰਦਾਰ ਬੁੱਧ ਸਿੰਘ ਬਟਾਲਵੀ ਨੇ ਵਿਸਾਖੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੰਮ੍ਰਿਤ ਛਕਿਆ ਸੀ। ਉਸ ਬੀਬੀ ਨਾਲ ਆਨੰਦ ਕਾਰਜ ਹੋਣ ਤੋਂ ਬਾਅਦ ਹਕੀਕਤ ਰਾਏ ਵੀ ਅੰਮ੍ਰਿਤਧਾਰੀ ਹੋਇਆ। 18 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੂੰ ਇਸਲਾਮ ਧਰਮ ਧਾਰਨ ਕਰਨ ਵਾਸਤੇ ਮਜਬੂਰ ਕੀਤਾ ਗਿਆ। ਕਾਜ਼ੀ ਅਬਦੁਲ ਹਕ ਸੀ ਔਰ ਜ਼ਕਰੀਆ ਖਾਨ ਸੀ ਜਿਨ੍ਹਾਂ ਨੇ ਇਸ ਨੂੰ ਮਜਬੂਰ ਕੀਤਾ। ਇਸ ਨੌਜਵਾਨ ਨੇ ਸਿੱਖ ਧਰਮ ਨਹੀਂ ਛੱਡਿਆ ਔਰ ਇਸ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਗਿਆ ਔਰ ਇਸ ਦੀ ਪਤਨੀ ਬੀਬੀ ਨੰਦ ਕੌਰ ਦੇ ਚਾਚਾ ਸਰਦਾਰ ਡਾਲ ਸਿੰਘ ਔਰ ਸਰਦਾਰ ਮਲਾ ਸਿੰਘ ਨੇ ਕਾਜ਼ੀ ਅਬਦੁਲ ਹਕ ਦਾ ਸਿਰ ਵੱਢ ਕੇ ਬਟਾਲੇ ਸ਼ਹਿਰ ਦੇ ਵਿੱਚ ਘੁਮਾਇਆ ਔਰ ਇਸ ਦੀ ਸਕੀ ਭੂਆ ਜਿਹੜੀ ਬੀਬੀ ਭਾਗ ਭਰੀ ਸੀ ਉਸ ਦਾ ਵਿਆਹ ਸ਼ਿਵਰਾਮ ਕਪੂਰ ਦੇ ਨਾਲ ਹੋਇਆ ਔਰ ਸ਼ਿਵਰਾਮ ਕਪੂਰ ਦੀ ਬੇਟੀ ਸਾਹਿਬ ਕੌਰ ਦੇ ਨਾਲ ਬੰਦਾ ਸਿੰਘ ਬਹਾਦਰ ਦਾ ਆਨੰਦ ਕਾਰਜ 1710 ਦੇ ਵਿੱਚ ਸਰਹੰਦ ਵਿਖੇ ਹੋਇਆ। ਸੋ ਇੰਨਾ ਤਗੜਾ ਸਿੱਖ ਪਰਿਵਾਰ ਜਿਸ ਦਾ ਨਾਨਕਾ ਪਰਿਵਾਰ ਭਾਈ ਕਨਈਆ ਜੀ, ਦਾਦਕਾ ਪਰਿਵਾਰ ਭਾਈ ਨੰਦ ਰਾਮ ਜੀ, ਸਹੁਰਾ ਪਰਿਵਾਰ ਸਰਦਾਰ ਕਿਸ਼ਨ ਸਿੰਘ ਉੱਪਲ ਔਰ ਬੰਦਾ ਸਿੰਘ ਬਹਾਦਰ ਦਾ ਰਿਸ਼ਤੇਦਾਰ, ਅਸੀਂ ਉਸ ਦੇ ਬਾਰੇ ਕੁਝ ਨਾ ਲਿਖਿਆ, ਇੱਕ ਕਿਤਾਬ ਨਾ ਲਿਖ ਸਕੇ ਅਜੇ ਤੱਕ ਔਰ ਉਹਨਾਂ ਲੋਕਾਂ ਨੇ 13 ਕਿਤਾਬਾਂ ਲਿਖ ਕੇ ਸਿੱਧ ਕਰ ਦਿੱਤਾ ਕਿ ਹਕੀਕਤ ਸਿੰਘ ਨਹੀਂ ਸੀ ਬਲਕਿ ਹਕੀਕਤ ਰਾਏ ਸੀ। ਜਿਹੜੀ ਪਹੇਵੇ ਵਾਲੀ ਭੱਟ ਪਈ ਹੈ ਮੇਰੇ ਕੋਲ ਉਸ ਦੀ ਇੱਕ ਫੋਟੋ ਸਟੇਟ ਪਈ ਹੈ। ਜਦੋਂ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਉਸ ਰੋਜ਼ਨਾਮਚੇ ਦੇ ਵਿੱਚ ਕਿ ਹਕੀਕਤ ਸਿੰਘ ਵਲਦ ਬਾਗਮਲ ਵਲਦ ਨੰਦ ਰਾਮ ਜਾਤੀ ਸਿੱਖ ਵਾਸੀ ਸਿਆਲਕੋਟ 1853 को ਲਾਹੌਰ में मारा गया। ਅਸੀਂ ਫੇਰ ਵੀ ਇਸ ਨੌਜਵਾਨ ਨੂੰ ਹਿੰਦੂ ਹੀ ਕਹਿੰਦੇ ਰਹੇ। ਆਹ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਇੱਕ ਕਿਤਾਬ ਦਾ ਟਾਈਟਲ ਪੇਜ ਹੈ ਜਿਸ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਲਿਖਿਆ ਹੈ ਔਰ ਵੀਰ ਹਕੀਕਤ ਰਾਏ ਨੂੰ ਵੀ ਹਿੰਦੂ ਸਾਬਤ ਕੀਤਾ ਗਿਆ ਹੈ। ਬੰਦਾ ਸਿੰਘ ਬਹਾਦਰ ਕੌਮ ਦਾ ਉਹ ਜਰਨੈਲ ਹੈ ਜਿਹੜਾ ਕਦੀ ਦੱਖਣ ਨਦੇੜ ਦੇ ਵਿੱਚ ਰਿਧੀਆਂ ਸਿੱਧੀਆਂ ਦੇ ਵਿੱਚ ਫਸ ਕੇ ਇੱਕ ਬੈਰਾਗੀ ਦੇ ਰੂਪ ਦੇ ਵਿੱਚ ਬੈਠਾ ਸੀ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਕੋਲ ਪਹੁੰਚੇ ਔਰ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਉਸ ਨੂੰ ਹਿੰਦੁਸਤਾਨੀ ਜਨਤਾ ਉੱਪਰ ਹੋ ਰਹੇ ਜ਼ੁਲਮਾਂ ਦੇ ਬਾਰੇ ਦੱਸਿਆ। ਉਸ ਵੇਲੇ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਬੰਦਾ ਸਿੰਘ ਬਹਾਦਰ ਬਣਿਆ।